ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਰਹਿ ਚੁੱਕੇ ਇਲਨ ਮਸਕ ਨੇ ਇੱਕ ਨਵਾਂ ਰਿਕਾਰਡ ਬਣਾ ਦਿੱਤਾ ਹੈ। ਉਹਨਾਂ ਨੇ ਕਿਹੜਾ ਰਿਕਾਰਡ ਤੋੜਿਆ ਹੈ, ਕਿਹੜਾ ਨਵਾਂ ਰਿਕਾਰਡ ਬਣਾਇਆ ਹੈ, ਉਹ ਤੁਹਾਨੂੰ ਦੱਸ ਦਿੰਦੇ ਆ। ਟੈਸਲਾ ਕੰਪਨੀ ਦੇ ਸੀਈਓ ਇਲਨ ਮਸਕ ਇਤਿਹਾਸ ਵਿੱਚ ਹੁਣ ਤੱਕ ਸਭ ਤੋਂ ਜ਼ਿਆਦਾ ਜਾਇਦਾਦ ਗਵਾਉਣ ਵਾਲੇ ਵਿਅਕਤੀ ਬਣੇ ਹਨ। ਉਹਨਾਂ ਨੇ ਕਿੰਨੀ ਜਾਇਦਾਦ ਗਵਾਈ ਤੇ ਹੁਣ ਤੱਕ ਕਿੰਨੀ ਕਮਾਈ, ਕਿਹੜੀਆਂ ਕੰਪਨੀਆਂ ਉਹਨਾਂ ਨੇ ਬਣਾਈਆਂ, ਕਿੰਨਾ ਉਹਨਾਂ ਨੂੰ ਮੁਨਾਫਾ ਹੋਇਆ, ਇਹ ਸਾਰੀ ਜਾਣਕਾਰੀ ਅੱਜ ਤੁਹਾਡੇ ਨਾਲ ਅਸੀਂ ਸਾਂਝੀ ਕਰਾਂਗੇ। ਦੁਨੀਆ ਵਿੱਚ ਸਭ ਤੋਂ ਘੱਟ ਸਮੇਂ ਵਿੱਚ ਰੁਤਬਾ ਤੇ ਸ਼ੋਹਰਤ ਹਾਸਲ ਕਰਨ ਵਾਲੇ ਇਲਨ ਮਸਕ ਦਾ ਜਨਮ 28 ਜੂਨ 1971 ਵਿੱਚ ਦੱਖਣੀ ਅਫਰੀਕਾ ਦੇ ਪ੍ਰੀਟੋਰੀਆ ਦੇ ਵਿੱਚ ਹੋਇਆ। ਉਹਨਾਂ ਦੇ ਪਿਤਾ ਇਲੈਕਟ੍ਰਿਕ ਇੰਜੀਨੀਅਰ ਤੇ ਪਾਇਲਟ ਸਨ। ਉਹਨਾਂ ਨੇ ਆਪਣੇ ਪਿਤਾ ਦੇ ਨਾਲ ਰਹਿ ਕੇ ਹੀ ਆਪਣੀ ਪੜ੍ਹਾਈ ਸ਼ੁਰੂ ਕੀਤੀ। ਸ਼ੁਰੂ ਤੋਂ ਹੀ ਉਹਨਾਂ ਨੂੰ ਕੰਪਿਊਟਰ ਸਿੱਖਣ ਦਾ ਬਹੁਤ ਸ਼ੌਂਕ ਸੀ, ਜਿਸ ਕਰਕੇ ਉਹਨਾਂ ਨੇ ਕੰਪਿਊਟਰ ਪ੍ਰੋਗਰਾਮਿੰਗ ਸਾਰੀ ਸਿੱਖੀ ਅਤੇ ਨਾਲ ਹੀ ਇੱਕ ਗੇਮ ਬਣਾਈ। ਉਹਨਾਂ ਨੇ ਆਪਣੀ ਇਸ ਗੇਮ ਦਾ ਨਾਮ ਬਲਾਸਟ ਰੱਖਿਆ, ਜਿਸ ਨੂੰ ਇਲਨ ਮਸਕ ਨੇ ਇੱਕ ਅਮਰੀਕੀ ਕੰਪਨੀ ਨੂੰ $500 ਦੇ ਵਿੱਚ ਵੇਚ ਦਿੱਤਾ। ਇਸ ਗੱਲ ਤੋਂ ਹੀ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਲਨ ਮਸਕ ਦਾ ਕਿੰਨਾ ਤੇਜ਼ ਦਿਮਾਗ ਸੀ, ਜਿਸ ਕਰਕੇ ਉਹਨਾਂ ਨੇ ਹੁਣ ਦੁਨੀਆ ਦੇ ਵਿੱਚ ਇੰਨਾ ਵੱਡਾ ਮੁਕਾਮ ਹਾਸਲ ਕੀਤਾ। ਇਸ ਤੋਂ ਬਾਅਦ ਉਹਨਾਂ ਨੇ ਕੈਨੇਡਾ ਦੇ ਵਿੱਚ ਆਪਣੀ ਪੜ੍ਹਾਈ ਸ਼ੁਰੂ ਕੀਤੀ। ਉਹਨਾਂ ਨੇ ਉੱਥੇ ਫਿਜ਼ਿਕਸ ਦੀ BA ਕੀਤੀ ਅਤੇ ਨਾਲ ਹੀ ਬਿਜ਼ਨਸ ਆਫ ਇਕਨੋਮਿਕਸ ਵੀ ਕੀਤੀ। ਤੇ ਇਸ ਦੌਰਾਨ ਉਹਨਾਂ ਨੇ ਜਿਹੜੀ ਪੂਰੀ ਪੜ੍ਹਾਈ ਸਿੱਖੀ, ਸਿਰਫ ਉਸ ਪੜ੍ਹਾਈ ਨੂੰ ਪੜ੍ਹਾਈ ਦੀ ਤਰ੍ਹਾਂ ਹੀ ਨਹੀਂ ਬਲਕਿ ਉਸ ਨੂੰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਲਾਗੂ ਵੀ ਕੀਤਾ। ਇਸ ਤੋਂ ਬਾਅਦ ਉਹ ਅਮਰੀਕਾ ਚਲੇ ਗਏ, ਜਿੱਥੇ ਉਹਨਾਂ ਦੀ ਸਫਲਤਾ ਦਾ ਦੌਰ ਸ਼ੁਰੂ ਹੋਇਆ। 1995 ਦੇ ਵਿੱਚ ਅਮਰੀਕਾ ਦੀ ਇੱਕ ਯੂਨੀਵਰਸਿਟੀ ਦੇ ਵਿੱਚ ਉਹਨਾਂ ਨੇ PhD ਫਿਜ਼ਿਕਸ ਦੇ ਵਿੱਚ ਦਾਖਲਾ ਲਿਆ। ਅਮਰੀਕਾ ਵਿੱਚ ਪਹੁੰਚਣ ਤੇ ਉਹਨਾਂ ਨੂੰ ਇੰਟਰਨੈਟ ਬਾਰੇ ਵੀ ਪਤਾ ਲੱਗਿਆ। ਇੰਟਰਨੈਟ ਦੇ ਉਹ ਰੂਬਰੂ ਹੋਏ ਤੇ ਇਸ ਕਰਕੇ ਉਹਨਾਂ ਨੇ 2 ਦਿਨ ਬਾਅਦ ਹੀ ਆਪਣੀ PhD ਜਿਹੜਾ ਦਾਖਲਾ ਲਿਆ ਸੀ ਉਹ ਵਾਪਸ ਲੈ ਲਿਆ ਤੇ ਇੰਟਰਨੈਟ ਤੋਂ ਉਹਨਾਂ ਨੇ ਅੱਗੇ ਸਾਰੀ ਜਾਣਕਾਰੀ ਹਾਸਲ ਕੀਤੀ ਤੇ ਇੱਥੇ ਰਹਿ ਕੇ ਹੀ ਉਹਨਾਂ ਨੇ ਆਪਣੇ ਭਰਾ ਦੇ ਨਾਲ ਇੱਕ ਨਵੀਂ ਕੰਪਨੀ ਸ਼ੁਰੂ ਕੀਤੀ। ਇਸ ਕੰਪਨੀ ਦਾ ਨਾਮ Zip2 ਸੀ ਤੇ ਇਸ ਕੰਪਨੀ ਦੇ ਵਿੱਚ ਉਹਨਾਂ ਨੇ ਨਿਵੇਸ਼ ਕੀਤਾ, ਪਰ ਇਹ ਕੰਪਨੀ ਬਾਅਦ ਵਿੱਚ ਕੰਪੈਕ ਕੋਲ ਚਲੀ ਗਈ ਤੇ ਇਲਨ ਮਸਕ ਨੂੰ ਆਪਣੀ ਹਿੱਸੇਦਾਰੀ ਦੇ $22 ਮਿਲੀਅਨ ਮਿਲੇ। 1999 ਦੇ ਵਿੱਚ ਇਲਨ ਮਸਕ ਨੇ ਇੱਕ ਨਵੀਂ ਕੰਪਨੀ ਸ਼ੁਰੂ ਕੀਤੀ ਜਿਸ ਦਾ ਨਾਮ ਸੀ X.com, ਜਿਸ ਦਾ ਕੰਮ ਸੀਗਾ ਕਿ ਪੈਸਿਆਂ ਦੀ ਟ੍ਰਾਂਜੈਕਸ਼ਨ ਕਰਨਾ। ਇਸੇ ਤਰ੍ਹਾਂ ਦੀ ਇੱਕ ਹੋਰ ਕੰਪਨੀ ਵੀ ਸੀ। ਇਲਨ ਮਸਕ ਨੇ X.com ਦੇ ਵਿੱਚ ਉਸ ਕੰਪਨੀ ਨੂੰ ਵੀ ਮਿਲਾ ਦਿੱਤਾ ਤੇ ਇਸ ਦਾ ਨਾਮ ਬਦਲ ਕੇ X.com ਤੋਂ PayPal ਕਰ ਦਿੱਤਾ। ਪਰ ਬਾਅਦ ਵਿੱਚ PayPal ਦੇ ਬੋਰਡ ਦੇ ਸਦੱਸਿਆਂ ਨਾਲ ਇਲਨ ਮਸਕ ਦੀ ਅਣਬਣ ਹੋ ਗਈ, ਜਿਸ ਕਰਕੇ ਉਹਨਾਂ ਨੇ PayPal ਨੂੰ ਵੇਚ ਦਿੱਤਾ। ਕੁਝ ਸਮੇਂ ਬਾਅਦ PayPal ਨੂੰ eBay ਨੇ ਖਰੀਦ ਲਿਆ ਤੇ ਉਸ ਕਰਕੇ ਇਲਨ ਮਸਕ ਨੂੰ ਆਪਣੀ ਹਿੱਸੇਦਾਰੀ ਦੇ $165 ਮਿਲੀਅਨ ਵੀ ਮਿਲੇ। ਸੋ ਇਸ ਤਰ੍ਹਾਂ ਉਹਨਾਂ ਨੇ ਆਪਣੀਆਂ ਇਹ ਕੰਪਨੀਆਂ ਬਣਾਈਆਂ ਤੇ ਇਹਨਾਂ ਕੰਪਨੀਆਂ ਤੋਂ $ਮਿਲੀਅਨ ਦੇ ਵਿੱਚ ਮੁਨਾਫਾ ਵੀ ਕਮਾਇਆ। ਰਿਸਕ ਦੇ ਆਇਰਨ ਮੈਨ ਕਹੇ ਜਾਂਦੇ ਇਲਨ ਮਸਕ ਨੇ ਇਸ ਤੋਂ ਬਾਅਦ ਆਪਣੀ ਕਿਸਮਤ ਜੋ ਹੈ ਉਹ ਸਪੇਸ ਦੇ ਵਿੱਚ ਅਜ਼ਮਾਈ। ਇਹ ਸਾਰਾ ਮੁਨਾਫਾ ਉਹਨਾਂ ਨੇ ਰੌਕੇਟ ਬਣਾਉਣ ਦੇ ਵਿੱਚ ਅਜ਼ਮਾਉਣ ਦੀ ਕੋਸ਼ਿਸ਼ ਕੀਤੀ। ਇਸ ਲਈ ਉਹ ਰੂਸ ਵੀ ਗਏ ਆਪਣਾ ਰੌਕੇਟ ਤਿਆਰ ਕਰਨ ਲਈ, ਪਰ ਉੱਥੇ ਉਹ ਥੋੜੀ ਦੇਰ ਸਮੇਂ ਰੁਕੇ, ਸਾਰੀ ਜਾਣਕਾਰੀ ਹਾਸਲ ਕੀਤੀ, ਪਰ ਬਾਅਦ ਵਿੱਚ ਉਹ ਵਾਪਸ ਆ ਗਏ ਤੇ 1 ਸਾਲ ਬਾਅਦ ਉਹਨਾਂ ਨੇ ਆਪਣਾ ਰੌਕੇਟ ਤਿਆਰ ਕੀਤਾ। ਰੌਕੇਟ ਤਿਆਰ ਕਰਨ ਤੋਂ ਬਾਅਦ ਜਦੋਂ ਰੌਕੇਟ ਲਾਂਚ ਕੀਤਾ ਗਿਆ ਤਾਂ ਉਹ ਫੇਲ ਹੋ ਗਿਆ। ਇੱਕ ਪਹਿਲੀ ਵਾਰ, ਦੂਸਰੀ ਵਾਰ, ਤੀਸਰੀ ਵਾਰ, ਲਗਾਤਾਰ 3 ਵਾਰ ਉਹਨਾਂ ਦਾ ਇਹ ਰੌਕੇਟ ਤਿਆਰ ਨਹੀਂ ਹੋ ਪਾਇਆ ਤੇ ਉਹਨਾਂ ਨੂੰ ਸਫਲਤਾ ਨਹੀਂ ਮਿਲੀ। ਇਲਨ ਮਸਕ ਨੇ ਆਪਣੇ ਪਾਰਟਨਰਸ ਨਾਲ ਮਿਲ ਕੇ ਫਿਰ ਇੱਕ ਰੌਕੇਟ ਤਿਆਰ ਕੀਤਾ ਜਿਸ ਨੇ ਸਫਲਤਾ ਹਾਸਲ ਕੀਤੀ। ਇਸ ਕੰਪਨੀ ਨੂੰ ਇਲਨ ਮਸਕ ਨੇ SpaceX ਦਾ ਨਾਮ ਦਿੱਤਾ ਤੇ ਇਸ ਦੇ ਰੌਕੇਟਸ ਹੁਣ ਨਾਸਾ ਵੱਲੋਂ ਵੀ ਵਰਤੇ ਜਾਂਦੇ ਨੇ। ਇਸ ਤੋਂ ਬਾਅਦ ਸਭ ਤੋਂ ਵੱਡੀ ਕੰਪਨੀ ਟੈਸਲਾ, ਜਿਸ ਦਾ ਨਾਮ ਇਲਨ ਮਸਕ ਦੇ ਨਾਮ ਦੇ ਨਾਲ ਹੀ ਲਿਆ ਜਾਂਦਾ ਹੈ। ਉਹ ਟੈਸਲਾ ਕੰਪਨੀ ਜਿਹਦੇ ਵਿੱਚ ਇਲੈਕਟ੍ਰੋਨਿਕ ਵਾਹਨ ਬਣਾਏ ਜਾਂਦੇ ਹਨ। 2004 ਦੇ ਵਿੱਚ ਜਦੋਂ ਇਲਨ ਮਸਕ ਟੈਸਲਾ ਕੰਪਨੀ ਵਿੱਚ ਆਏ ਤਾਂ ਉਸ ਸਮੇਂ ਟੈਸਲਾ ਕੰਪਨੀ ਦੇ ਵਿੱਚ ਗੱਡੀਆਂ ਦੇ ਨਿਰਮਾਣ ਬਹੁਤ ਹੀ ਮਹਿੰਗਾ ਹੁੰਦਾ ਸੀ, ਜਿਸ ਕਰਕੇ ਲੋਕ ਟੈਸਲਾ ਕੰਪਨੀ ਦੀਆਂ ਕਾਰਾਂ ਨੂੰ ਨਹੀਂ ਖਰੀਦ ਪਾਉਂਦੇ ਸਨ। ਇਸ ਕਰਕੇ ਜਦੋਂ ਇਲਨ ਮਸਕ ਇਸ ਕੰਪਨੀ ਵਿੱਚ ਆਏ ਤਾਂ ਉਹਨਾਂ ਨੇ ਗੱਡੀਆਂ ਦੇ ਨਿਰਮਾਣ ਦਾ ਜਿਹੜਾ ਰੇਟ ਸੀ ਉਹ ਸਸਤਾ ਕਰ ਦਿੱਤਾ ਤੇ ਇਸ ਤੋਂ ਬਾਅਦ ਉਹਨਾਂ ਦੀ ਕਾਰਾਂ ਦੀ ਵਿਕਰੀ ਵੀ ਸ਼ੁਰੂ ਹੋਣ ਲੱਗ ਗਈ। 2006 ਦੇ ਵਿੱਚ ਇਲਨ ਮਸਕ ਨੇ ਆਪਣੇ ਚਚੇਰੇ ਭਰਾ ਨਾਲ ਇੱਕ ਕੰਪਨੀ ਸ਼ੁਰੂ ਕੀਤੀ, ਸੋਲਰ ਸਿਟੀ। ਇਸ ਦੇ ਵਿੱਚ ਇਲਨ ਮਸਕ ਨੇ ਇਨਵੈਸਟ ਕੀਤਾ ਤੇ ਬਾਅਦ ਵਿੱਚ ਇਹ ਕੰਪਨੀ ਅਮਰੀਕਾ ਦੀ ਦੂਸਰੀ ਵੱਡੀ ਕੰਪਨੀ ਬਣੀ, ਸਫਲਤਾ ਹਾਸਲ ਕਰਨ ਵਾਲੀ
ਇਸ ਕੰਪਨੀ ਨੂੰ ਵੀ ਇਲਨ ਮਸਕ ਨੇ ਟੈਸਲਾ ਦੇ ਵਿੱਚ 2013 ਦੇ ਵਿੱਚ ਮਿਲਾ ਲਿਆ ਤੇ ਬਾਅਦ ਵਿੱਚ ਇਹਨਾਂ ਦੋਵਾਂ ਕੰਪਨੀਆਂ ਨੇ ਮਿਲ ਕੇ ਸ਼ਾਨਦਾਰ ਗੱਡੀਆਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ। ਇਸ ਤੋਂ ਇਲਾਵਾ ਇਲਨ ਮਸਕ ਨੇ ਹੋਰ ਵੀ ਕਈ ਸਾਰੀਆਂ ਕੰਪਨੀਆਂ ਬਣਾਈਆਂ, ਜਿਵੇਂ ਕਿ ਨਿਊਰੋਲਿੰਕ, ਓਪਨ AI ਤੇ ਬੋਰਿੰਗ ਕੰਪਨੀ। ਇਹਨਾਂ ਕੰਪਨੀਆਂ ਨੇ ਵੀ ਕਾਫੀ ਸ਼ਾਨਦਾਰ ਸਫਲਤਾ ਹਾਸਲ ਕੀਤੀ। ਇਸ ਤੋਂ ਬਾਅਦ ਦੁਨੀਆ ਦੇ ਸਫਲ ਤੇ ਮਸ਼ਹੂਰ ਬਿਜ਼ਨਸ ਟਾਈਕੂਨ ਇਲਨ ਮਸਕ ਨੇ ਟਵਿੱਟਰ ਨੂੰ ਵੀ ਖਰੀਦ ਲਿਆ। ਇਲਨ ਮਸਕ ਨੇ $44 ਬਿਲੀਅਨ ਦੇ ਵਿੱਚ ਟਵਿੱਟਰ ਨੂੰ ਖਰੀਦਿਆ। ਉਸ ਸਮੇਂ ਟਵਿੱਟਰ ਦੇ ਵਿੱਚ ਕਾਫੀ ਹਲਚਲ ਚੱਲ ਰਹੀ ਸੀ ਇਸ ਨੂੰ ਲੈ ਕੇ, ਕਿਉਂਕਿ ਉਸ ਵਿੱਚ ਫ੍ਰੀ ਸਪੀਚ ਦਾ ਜੋ ਅਧਿਕਾਰ ਸੀ ਉਹ ਰਿਸਟ੍ਰਿਕਟਡ ਸੀ, ਜਿਸ ਕਰਕੇ ਇਲਨ ਮਸਕ ਦੇ ਟਵਿੱਟਰ ਨੂੰ ਖਰੀਦੇ ਜਾਣ ਦੇ ਇਸ ਕਦਮ ਨੂੰ ਇਸ ਲਈ ਸਰਾਹਿਆ ਗਿਆ ਕਿ ਇਲਨ ਮਸਕ ਨੇ ਟਵਿੱਟਰ ਨੂੰ ਖਰੀਦਦੇ ਸਾਰ ਹੀ ਐਲਾਨ ਕਰ ਦਿੱਤਾ ਸੀ ਕਿ ਹਰ ਇੱਕ ਨੂੰ ਆਪਣਾ ਤਰਕ ਦੇਣ ਦਾ, ਆਪਣੀ ਗੱਲ ਰੱਖਣ ਦਾ ਅਧਿਕਾਰ ਦਿੱਤਾ ਜਾਵੇਗਾ, ਮੌਕਾ ਦਿੱਤਾ ਜਾਵੇਗਾ। ਪਰ ਇਸ ਸਮੇਂ ਗੱਲ ਕੀਤੀ ਜਾਵੇ ਤਾਂ ਟੈਸਲਾ ਦੇ CEO ਇਲਨ ਮਸਕ ਨੇ ਇਤਿਹਾਸ ਵਿੱਚ ਇੱਕ ਹੋਰ ਨਵਾਂ ਰਿਕਾਰਡ ਦਰਜ ਕਰ ਦਿੱਤਾ ਹੈ। ਇਲਨ ਮਸਕ ਇਤਿਹਾਸ ਵਿੱਚ $200 ਬਿਲੀਅਨ ਤੋਂ ਵੱਧ ਦੀ ਜਾਇਦਾਦ ਗਵਾਉਣ ਵਾਲੇ ਪਹਿਲੇ ਵਿਅਕਤੀ ਬਣ ਗਏ ਹਨ। ਬਲੂਮਬਰਗ ਬਿਲੀਅਨਰਜ਼ ਇੰਡੈਕਸ ਅਨੁਸਾਰ ਮਸਕ ਦੀ ਕੁੱਲ ਜਾਇਦਾਦ ਵਿੱਚ ਪਿਛਲੇ 13 ਮਹੀਨਿਆਂ ਵਿੱਚ $208 ਅਰਬ ਦੀ ਗਿਰਾਵਟ ਆਈ ਹੈ। ਇਹ ਟੈਸਲਾ ਦੇ ਸ਼ੇਅਰਾਂ ਦੀ ਕੀਮਤ ਵਿੱਚ ਗਿਰਾਵਟ ਅਤੇ ਟਵਿੱਟਰ ਸੌਦੇ ਲਈ ਭੁਗਤਾਨ ਕਰਨ ਲਈ ਸ਼ੇਅਰਾਂ ਦੀ ਵਿਕਰੀ ਤੋਂ ਬਾਅਦ ਆਇਆ ਹੈ। ਅਰਬਪਤੀ ਨੇ ਹਾਲ ਹੀ ਵਿੱਚ $44 ਬਿਲੀਅਨ ਵਿੱਚ ਟਵਿੱਟਰ ਨੂੰ ਖਰੀਦਿਆ ਹੈ। ਜਨਵਰੀ 2021 ਵਿੱਚ ਗੱਲ ਕੀਤੀ ਜਾਵੇ ਤਾਂ ਉਸ ਸਮੇਂ ਇਲਨ ਮਸਕ ਦੀ ਕੁੱਲ ਸੰਪत्ति $200 ਬਿਲੀਅਨ ਨੂੰ ਪਾਰ ਕਰ ਗਈ ਸੀ ਤੇ ਨਵੰਬਰ 2001 ਤੱਕ ਮਸਕ ਦੀ ਕੁੱਲ ਜਾਇਦਾਦ $340 ਅਰਬ ਤੱਕ ਵੱਧ ਗਈ ਅਤੇ ਇਹ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਉਸ ਸਮੇਂ ਬਣ ਗਏ। ਪਰ ਬਾਅਦ ਵਿੱਚ ਇਲਨ ਮਸਕ ਨੂੰ ਬਰਨਾਰਡ ਅਰਨੌਲਟ ਨੇ ਪਛਾੜ ਦਿੱਤਾ, ਜੋ ਕਿ ਲਗਜ਼ਰੀ ਗੁੱਡਜ਼ ਪਾਵਰਹਾਊਸ LVMH ਦੇ ਪਿੱਛੇ ਫ੍ਰੈਂਚ ਟਾਈਕੂਨ ਸੀ। ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਹੁਣ $200 ਬਿਲੀਅਨ ਤੋਂ ਵੱਧ ਗਵਾਉਣ ਤੋਂ ਬਾਅਦ ਉਹਨਾਂ ਦੀ ਮੌਜੂਦਾ ਸੰਪत्ति ਸਿਰਫ $132 ਅਰਬ ਰਹਿ ਗਈ ਹੈ। ਹਾਲਾਂਕਿ ਮਸਕ ਇਸ ਸਮੇਂ ਬਰਨਾਰਡ ਅਰਨੌਲਟ ਤੋਂ ਬਾਅਦ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹਨ। ਸੋ ਇਹ ਸਨ ਇਲਨ ਮਸਕ ਦੀ ਜ਼ਿੰਦਗੀ ਦੇ ਕੁਝ ਪਹਿਲੂ, ਕਿਸ ਤਰ੍ਹਾਂ ਉਹਨਾਂ ਨੇ ਕੰਪਨੀਆਂ ਬਣਾਈਆਂ, ਕਿੰਨਾ ਮੁਨਾਫਾ ਹਾਸਲ ਕੀਤਾ ਤੇ ਕਿਸ ਤਰ੍ਹਾਂ ਉਹ ਹੁਣ ਇਤਿਹਾਸ ਦੇ ਵਿੱਚ ਸਭ ਤੋਂ ਜ਼ਿਆਦਾ ਜਾਇਦਾਦ ਗਵਾਉਣ ਵਾਲੇ ਵਿਅਕਤੀ ਵੀ ਬਣ ਗਏ। ਪਰ ਇਸ ਸਮੇਂ ਉਹ ਦੁਨੀਆ ਦੇ ਦੂਸਰੇ ਵਿਅਕਤੀ ਹਨ ਜੋ ਸਭ ਤੋਂ ਜ਼ਿਆਦਾ ਅਮੀਰ ਹਨ। ਉਮੀਦ ਕਰਦੇ ਹਾਂ ਤੁਹਾਨੂੰ ਇਲਨ ਮਸਕ ਦੀ ਜ਼ਿੰਦਗੀ ਦੀਆਂ ਕੁਝ ਹੋਰ ਗੱਲਾਂ, ਕੁਝ ਨਵੀਂ ਜਾਣਕਾਰੀ ਜ਼ਰੂਰ ਮਿਲੀ ਹੋਵੇਗੀ। ਇਸ ਰਿਪੋਰਟ ਦੇ ਵਿੱਚ ਇੰਨਾ ਹੀ। ਤੁਸੀਂ ਇਸੇ ਤਰ੍ਹਾਂ ਦੇਖਦੇ ਰਹੋ ABC ਪੰਜਾਬ।